अस्सलाम वालेकुम। प्रोग्राम सजरी सवेर ਦੇ ਸਿਲਸਿਲੇ ਜੀ ਆਇਆਂ ਨੂੰ ਲੈ ਕੇ ਮੁਹੰਮਦ ਅਲੀ ਹਾਜ਼ਰ ਖਿਦਮਤ ਹੈ। ਇਸ ਪ੍ਰੋਗਰਾਮ ਦੀ ਪ੍ਰੋਡਿਊਸਰ ਨੇ ਰਿਹਾਨਾ ਕੌਸਰ ਸੁਲਹਿਰੀ। ਸਮੀਨ ਇਸ ਪ੍ਰੋਗਰਾਮ ਦਾ ਬੁਨਿਆਦੀ ਮਕਸਦ ਇਹ ਹੁੰਦਾ ਹੈ ਕਿ ਤੁਹਾਡੀ ਮੁਲਾਕਾਤ ਉਹਨਾਂ ਲੋਕਾਂ ਨਾਲ ਕਰਾਈ ਜੇ, ਤੁਹਾਡੀ ਗੱਲਬਾਤ ਉਹਨਾਂ ਲੋਕਾਂ ਨਾਲ ਕਰਾਈ ਜੇ ਜਿਨ੍ਹਾਂ ਉੱਤੇ ਧਰਤੀ ਨੂੰ ਮਾਣ ਹੁੰਦਾ ਹੈ, ਜਿਨ੍ਹਾਂ ਉੱਤੇ ਧਰਤੀ ਨੂੰ ਫਖਰ ਹੁੰਦਾ ਹੈ। ਤੇ ਅੱਜ ਦੀ ਜਿਹੜੀ ਮਹਿਮਾਨ ਸ਼ਖਸੀਅਤ ਨੇ, ਅੱਜ ਦੇ ਜਿਹੜੇ ਉੱਚੇ ਉੱਚੇ ਪ੍ਰਾਹੁਣੇ ਨੇ, ਨਾ ਸਿਰਫ ਪਾਕਿਸਤਾਨ ਬਲਕਿ ਦੁਨੀਆ ਉਹਨਾਂ ਦੇ ਬਿਹਤਰੀਨ ਮੁਹੱਕਿਕ ਤੇ ਉਸਤਾਦ ਹੋਣ ਤੇ ਫਖਰ ਕਰਦੀ ਹੈ। ਆਓ ਤੁਹਾਡੀ ਮੁਲਾਕਾਤ ਕਰਾਉਂਦੇ ਆ ਪ੍ਰੋਫੈਸਰ ਡਾਕਟਰ ਖਾਲਿਦ ਮਹਿਮੂਦ ਨਾਲ। अस्सलाम वालेकुम डॉक्टर साहब। वालेकुम सलाम। डॉक्टर साहब, रेडियो पाकिस्तान ਤੁਹਾਡਾ ਖੈਰ ਮਕਦਮ ਕਰਦਾ ਹੈ ਤੁਹਾਡੇ ਤਸ਼ਰੀਫ ਲਿਆਉਣ ਤੇ। बहुत शुक्रिया मोहम्मद अली साहब, रेडियो पाकिस्तान ਦਾ ਵੀ ਔਰ ਤੁਹਾਡਾ ਵੀ ਔਰ ਪ੍ਰੋਡਿਊਸਰ ਸਾਹਿਬ ਦਾ ਵੀ। ਜੀ ਬਹੁਤ ਮਿਹਰਬਾਨੀ ਡਾਕਟਰ ਸਾਹਿਬ। ਉਂਝ ਤੇ ਤੁਸੀਂ ਮਾਸ਼ਾਅੱਲਾ ਬਹੁਤ ਸਾਰੀਆਂ ਕਾਮਯਾਬੀਆਂ ਸਮੇਟੀਆਂ ਨੇ, ਲੇਕਿਨ ਮੋਟਾ ਜ਼ਰਾ ਆਪਣਾ ਤਾਰਫ ਕਰਵਾ ਦਿਓ ਸਾਡੇ ਸੁਣਨ ਵਾਲਿਆਂ ਨੂੰ। ਜੀ ਮੈਂ ਮੁਖਤਸਰ ਅਲਫਾਜ਼ ਦੇ ਵਿੱਚ ਆਪਣਾ ਤਾਰਫ ਕਰਾਣਾ। ਮੇਰਾ ਨਾਮ ਡਾਕਟਰ ਖਾਲਿਦ ਮਹਿਮੂਦ, ਮੈਂ ਪੰਜਾਬ ਯੂਨੀਵਰਸਿਟੀ ਦੇ ਸ਼ੋਬਾ ਇਨਫੋਰਮੇਸ਼ਨ ਮੈਨੇਜਮੈਂਟ ਦੇ ਵਿੱਚ ਪ੍ਰੋਫੈਸਰ ਹਾਂ, ਸ਼ੋਬੇ ਦਾ ਚੇਅਰਮੈਨ ਵੀ ਹਾਂ ਔਰ ਪਿਛਲੇ 1 ਸਾਲ ਤੋਂ ਮੇਰੇ ਉੱਤੇ ਜ਼ਿੰਮੇਵਾਰੀ ਹੈ ਫੈਕਲਟੀ ਦੀ, ਡੀਨ ਦੀ ਫੈਕਲਟੀ ਆਫ ਮੈਨੇਜਮੈਂਟ ਸਾਇੰਸਿਜ਼ ਦੇ। ਮੈਂ ਇਸੇ ਯੂਨੀਵਰਸਿਟੀ ਤੋਂ, ਪੰਜਾਬ ਯੂਨੀਵਰਸਿਟੀ ਤੋਂ ਮਾਸਟਰ ਕੀਤਾ ਸੀ ਇਹ 1989 ਵਿੱਚ। ਉਸ ਤੋਂ ਬਾਅਦ ਮੈਂ 2004 ਦੇ ਵਿੱਚ PhD ਕੀਤੀ ਇਸੇ ਯੂਨੀਵਰਸਿਟੀ ਤੋਂ। 2011 ਦੇ ਵਿੱਚ ਮੈਨੂੰ ਮੌਕਾ ਮਿਲਿਆ ਅਮਰੀਕਾ ਜਾਣ ਦਾ। ਉੱਥੋਂ ਮੈਂ ਪੋਸਟ ਡਾਕ ਦਾ ਪ੍ਰੋਗਰਾਮ ਕੀਤਾ ਹੈ ਯੂਨੀਵਰਸਿਟੀ ਆਫ ਕੈਲੀਫੋਰਨੀਆ ਲਾਸ ਐਂਜਲਸ ਤੋਂ। ਮਾਸ਼ਾਅੱਲਾ। ਤੇ ਇਸੇ ਤਰ੍ਹਾਂ ਮੈਂ ਰਿਸਰਚ ਦੇ ਅੰਦਰ ਕੁਝ ਕੰਮ ਕੀਤਾ ਹੈ, ਰਿਸਰਚ ਪਬਲੀਕੇਸ਼ਨਸ ਨੇ ਕੋਈ 180 ਦੇ ਕਰੀਬ। ਮਾਸ਼ਾਅੱਲਾ। ਤੇ ਡਾਕਟਰ ਸਾਹਿਬ ਇਹ ਦੱਸੋ ਜਿਹੜਾ 2% ਮੁਹੱਕਿਕੀਨ ਜਿਹੜੇ ਰਿਪੋਰਟ ਸ਼ਾਇ ਹੋਈ ਹੈ, ਇਹਦੇ ਬਾਰੇ ਸਾਡੇ ਸੁਣਨ ਵਾਲੇ ਦੱਸੋ, ਇਹ ਕੀ ਸ਼ੈ ਹੈ? ਇਹ ਅਲੀ ਸਾਹਿਬ ਇਸ ਤਰ੍ਹਾਂ ਹੈ ਕਿ ਇਹ ਯੂਨੀਵਰਸਿਟੀ ਆਫ ਸਟੈਨਫੋਰਡ ਹੈ ਅਮਰੀਕਾ ਦੀ, ਉਹਦੇ ਇੱਕ ਪ੍ਰੋਫੈਸਰ ਨੇ, ਉਹਨਾਂ ਨੇ ਆਪਣੀ ਟੀਮ ਨੂੰ ਨਾਲ ਮਿਲਾ ਕੇ ਇੱਕ ਰਿਪੋਰਟ ਤਿਆਰ ਕੀਤੀ, ਇੱਕ ਲਿਸਟ ਤਿਆਰ ਕੀਤੀ। ਉਹਨਾਂ ਨੇ ਦੁਨੀਆ ਭਰ ਦਾ ਡਾਟਾ ਲੈ ਕੇ ਰਿਸਰਚ ਪਬਲੀਕੇਸ਼ਨਸ ਦਾ ਔਰ ਉਹਨਾਂ ਦੇ ਉੱਤੇ ਆਉਣ ਵਾਲੀਆਂ ਸਾਈਟੇਸ਼ਨਸ ਦਾ ਉਹਨਾਂ ਨੇ ਕੈਲਕੂਲੇਸ਼ਨ ਕਰਕੇ ਤੇ ਰੈਂਕਿੰਗ ਕੀਤੀ। ਤਾਂ ਉਹਨਾਂ ਨੇ ਮੁਖਤਲਿਫ ਸ਼ੋਬਾ ਹੈ ਜ਼ਿੰਦਗੀ ਦੇ ਅੰਦਰ, ਮੁਖਤਲਿਫ ਜਿਹੜੇ ਸਬਜੈਕਟ ਨੇ ਉਹਨਾਂ ਦੇ ਅੰਦਰ ਜਿਹੜੇ ਟਾਪ 2% ਰਿਸਰਚਰਸ ਨੇ ਉਹਨਾਂ ਦੀ ਇੱਕ ਲਿਸਟ ਸ਼ਾਇਆ ਕੀਤੀ। ਉਸ ਲਿਸਟ ਦੇ ਵਿੱਚ ਯਾਨੀ ਪੂਰੇ ਕੈਰੀਅਰ ਦੀ ਬੁਨਿਆਦ ਦੇ ਉੱਤੇ, ਪੂਰੀ ਜ਼ਿੰਦਗੀ ਦੀ ਬੁਨਿਆਦ ਦੇ ਉੱਤੇ ਪਾਕਿਸਤਾਨ ਦੇ ਵਿੱਚੋਂ ਕੋਈ 81 ਰਿਸਰਚਰਸ ਦੇ ਨਾਂ ਆਏ। ਉਹਦੇ 'ਚ ਇਸ ਖਾਕਸਾਰ ਦਾ ਨਾਮ ਵੀ ਸ਼ਾਮਿਲ ਹੈ ਮਾਸ਼ਾਅੱਲਾ। ਔਰ ਮੈਂ ਜਦੋਂ ਲਿਸਟ ਤਫਸੀਲ ਨਾਲ ਦੇਖੀ ਤੇ ਜ਼ਿਆਦਾਤਰ ਲੋਕ ਸਾਡੇ ਮੁਲਕ ਦੇ ਸਾਇੰਸ ਦੇ ਲੋਕ ਨੇ, ਟੈਕਨੋਲੋਜੀ ਦੇ ਲੋਕ ਨੇ, ਸੋਸ਼ਲ ਸਾਇੰਸਿਸ ਦੇ ਸਿਰਫ 2 ਲੋਕ ਹਨ ਜਿਨ੍ਹਾਂ 'ਚੋਂ ਮੈਂ ਇੱਕ ਹਾਂ। ਤੇ ਉਸ ਲਿਸਟ ਮੁਤਾਬਕ ਮੇਰੇ ਸ਼ੋਬੇ ਦੇ ਅੰਦਰ ਮੇਰਾ ਨਾਮ ਪੂਰੇ ਸਾਊਥ ਏਸ਼ੀਆ ਦੇ ਵਿੱਚੋਂ ਕੱਲਾ ਨਾਂ ਹੈ ਤੇ ਮੁਸਲਿਮ ਦੁਨੀਆ ਦੇ ਵਿੱਚੋਂ 3 ਨਾਵਾਂ ਚੋਂ ਇੱਕ ਹੈ। ਕੀ ਬਾਤ ਹੈ। ਤੇ ਡਾਕਟਰ ਸਾਹਿਬ ਇਹ ਦੇਖੋ ਕਿ ਇੰਨੀ ਵੱਡੀ ਕਾਮਯਾਬੀ, ਕਿਆ ਤੁਸੀਂ ਸ਼ੁਰੂ ਤੋਂ ਹੀ ਬਹੁਤ ਲਾਇਕ ਸੀ ਜਾਂ ਫਿਰ ਵਕਤ ਦੇ ਨਾਲ ਮਿਹਨਤ ਕੀਤੀ? ਮੇਰਾ ਖਿਆਲ ਹੈ ਇਹਦੇ 'ਚ ਲਾਇਕ ਹੋਣਾ ਕੋਈ ਜ਼ਿਆਦਾ ਮੈਟਰ ਨਹੀਂ ਕਰਦਾ। ਇਹਦੇ 'ਚ ਜਿਹੜੀ ਚੀਜ਼ ਕੰਮ ਆਉਂਦੀ ਨਾ ਉਹ ਤੁਹਾਡੀ ਮੁਸਲਸਲ ਜਿੱਦੋ-ਜਹਿਦ ਹੈ ਔਰ ਕੋਸ਼ਿਸ਼ ਹੈ। ਅਗਰ ਤੁਸੀਂ ਕੋਈ ਜ਼ਿੰਦਗੀ ਦਾ ਮਕਸਦ ਬਣਾ ਲਓ ਔਰ ਉਹਦੇ ਉੱਤੇ ਤੁਸੀਂ ਕੋਸ਼ਿਸ਼ ਕਰੋ, ਉਹਦੇ ਵਾਸਤੇ ਟਾਈਮ ਦਿਓ, ਉਹਦੇ ਵਾਸਤੇ ਮਿਹਨਤ ਕਰੋ ਤੇ ਤੁਸੀਂ ਕਾਮਯਾਬੀ ਹਾਸਲ ਕਰ ਲੈਂਦੇ ਹੋ। ਤੇ ਡਾਕਟਰ ਸਾਹਿਬ ਕਦੀ ਸੋਚਿਆ ਸੀ ਕਿ ਇਹੀ ਖਾਲਿਦ ਮਹਿਮੂਦ ਇੰਨਾ ਉੱਚਾ ਨਾ ਬਣ ਜਾਏਗਾ? ਜੀ ਬਿਲਕੁਲ ਨਹੀਂ ਸੋਚਿਆ ਸੀ। ਆਮ ਤੌਰ ਤੇ ਇਹੀ ਜ਼ਿਹਨ 'ਚ ਹੁੰਦਾ ਹੈ ਕਿ ਆਪਣਾ ਕੰਮ ਕੀਤਾ ਜਾਏ ਔਰ ਕਾਮਯਾਬੀ ਫਿਰ ਖੁਦਾ ਤੇ ਛੱਡਤੀ ਜਾਏ। ਡਾਕਟਰ ਸਾਹਿਬ ਇੰਨੀ ਜ਼ਿਆਦਾ ਤੁਹਾਡੇ ਰਿਸਰਚ ਆਰਟੀਕਲਸ, ਤੇ ਇਹ ਦੱਸੋ ਕਿ ਪਾਕਿਸਤਾਨ 'ਚ ਰਿਸਰਚ ਦਾ ਇਸ ਵਕਤ ਕੀ ਨੋਈਅਤ ਹੈ? ਦੇਖੋ ਜੀ, ਅਗਰ ਅਸੀਂ ਮੁਕਾਬਲਾ ਕਰੀਏ ਐਡਵਾਂਸ ਕੰਟਰੀਜ਼ ਦੇ ਨਾਲ ਤਾਂ ਉਹਦੇ ਨਾਲ ਤਾਂ ਮੁਕਾਬਲਾ ਨਹੀਂ ਕੀਤਾ ਜਾ ਸਕਦਾ ਪਾਕਿਸਤਾਨ ਦਾ। ਲੇਕਿਨ ਡਿਵੈਲਪਿੰਗ ਕੰਟਰੀਜ਼ ਦੇ ਅੰਦਰ ਪਾਕਿਸਤਾਨ ਦੀ ਸੂਰਤ ਹਾਲ ਕੁਝ ਬਿਹਤਰ ਹੈ। ਯਾਨੀ ਪਾਕਿਸਤਾਨ ਹੈ, ਤੁਰਕੀ ਹੈ, ਮਲਾਈਸ਼ੀਆ ਹੈ, ਇਹ ਮੁਲਕ ਡਿਵੈਲਪਿੰਗ ਕੰਟਰੀਜ਼ ਦੇ ਅੰਦਰ ਬਿਹਤਰ ਨੇ ਕੁਝ ਰਿਸਰਚ ਪਬਲੀਕੇਸ਼ਨ ਔਰ ਰਿਸਰਚ ਦੀ ਕੁਆਲਿਟੀ ਦੇ ਇਤਬਾਰ ਨਾਲ। ਲੇਕਿਨ ਪਾਕਿਸਤਾਨ ਦੇ ਬਾਰੇ ਅਗਰ ਇਹ ਦੇਖਿਆ ਜਾਏ ਕਿ ਸੂਰਤ ਹਾਲ ਚੂੰਕਿ ਬਹੁਤ ਅੱਛੀ ਨਹੀਂ ਹੈ ਰਿਸਰਚ ਦੀ, ਮੈਂ ਇੱਕ ਗੱਲ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗਾ ਕਿ ਪਾਕਿਸਤਾਨੀਆਂ ਦੇ ਅੰਦਰ ਪੋਟੈਂਸ਼ੀਅਲ ਪੂਰੀ ਤਰ੍ਹਾਂ ਮੌਜੂਦ ਹੈ। ਇਹਨਾਂ ਦੇ ਅੰਦਰ ਸਲਾਹੀਅਤ ਹੈ। ਸਲਾਹੀਅਤ ਦੇ ਇਤਬਾਰ ਨਾਲ ਮੈਂ ਦੁਨੀਆ ਦੇ ਮੁਖਤਲਿਫ ਮੁਲਕਾਂ 'ਚ ਰਿਹਾ, ਉੱਥੇ ਕੰਮ ਕੀਤਾ ਹੈ। ਮੈਂ ਦੇਖਿਆ ਕਿ ਪਾਕਿਸਤਾਨੀ ਸਲਾਹੀਅਤ ਦੇ ਇਤਬਾਰ ਨਾਲ ਕਿਸੇ ਤੋਂ ਵੀ ਪਿੱਛੇ ਨਹੀਂ ਹੈ। ਬਸ ਇੱਕ ਸਿਸਟਮ ਬਣਾਉਣ ਦੀ ਜ਼ਰੂਰਤ ਹੈ, ਇੱਥੇ ਕੰਮ ਕਰਨ ਦੀ ਜ਼ਰੂਰਤ ਹੈ। ਰਿਸਰਚ ਨੂੰ ਅਸੀਂ ਫੌਕੀਅਤ ਨਹੀਂ ਦਿੰਦੇ, ਉਹਨੂੰ ਪ੍ਰਾਇੋਰਟੀ ਦੇਣ ਦੀ ਜ਼ਰੂਰਤ ਹੈ ਇਸ ਮੁਲਕ 'ਚ ਜੀ। ਔਰ ਅਗਰ ਸਾਡੀ ਹਕੂਮਤ ਔਰ ਸਾਡੀ ਸੁਸਾਇਟੀ ਓਵਰਆਲ ਇਹਦੇ ਵਾਸਤੇ ਕੋਈ ਫੰਡ ਦੇ ਸਕੇ, ਇਹਨੂੰ ਆਪਣੀ ਤਰਜੀਹ ਤੇ ਰੱਖ ਲਵੇ ਰਿਸਰਚ ਨੂੰ, ਤੇ ਬਹੁਤ ਸਾਰੇ ਸ਼ੋਬਿਆਂ ਦੇ ਅੰਦਰ ਪਾਕਿਸਤਾਨੀ ਇਨਕਲਾਬ ਬਰਪਾ ਕਰ ਸਕਦੇ। ਡਾਕਟਰ ਸਾਹਿਬ ਇੱਕ ਗੱਲ ਮੈਨੂੰ ਬਹੁਤ ਤੰਗ ਕਰਦੀ ਹੈ ਸਵਾਲ ਕਿ ਸਾਡੀ ਜਿਹੜੀ ਧਰਤੀ ਤੇ ਰਿਸਰਚ ਹੋ ਰਹੀ ਹੈ ਇਸ ਟਾਈਮ, ਅਮਲੀ ਇਤਲਾਕ ਇਹਦਾ ਬਹੁਤ ਘੱਟ ਹੈ। ਨਹੀਂ, ਪਹਿਲੀ ਗੱਲ ਤਾਂ ਇਹ ਕਿ ਰਿਸਰਚ ਹੋ ਹੀ ਬੜੀ ਘੱਟ ਰਹੀ ਹੈ ਔਰ ਦੂਸਰਾ ਹੈ ਕਿ ਜਿਹੜੀ ਹੋ ਰਹੀ, ਤੁਹਾਡੀ ਗੱਲ ਨਾਲ ਮੈਂ ਬਿਲਕੁਲ ਐਗਰੀ ਕਰਨਾ ਕਿ ਜਿਹੜੀ ਰਿਸਰਚ ਹੋ ਰਹੀ ਉਹਦਾ ਪ੍ਰੈਕਟੀਕਲ ਜਿਹੜਾ ਇੰਪੈਕਟ ਹੈ ਉਹ ਥੋੜਾ ਆਉਂਦਾ ਹੈ। ਲੇਕਿਨ ਤੁਸੀਂ ਦੇਖੋ ਬਾਅਦ ਸ਼ੋਬਿਆਂ ਦੇ ਅੰਦਰ ਪਾਕਿਸਤਾਨ ਨੇ ਇਨਕਲਾਬ ਬਰਪਾ ਕੀਤਾ ਹੈ। ਦੇਖੋ ਮਿਸਾਲ ਦੇ ਤੌਰ ਤੇ ਐਟਮੀ ਤਾਕਤ ਕਿੰਨੇ ਮੁਲਕ ਨੇ ਦੁਨੀਆ ਦੇ? ਬੜੇ ਥੋੜੇ। ਪਾਕਿਸਤਾਨ ਦੀ ਹਕੂਮਤ ਨੇ ਜਦੋਂ ਇਹ ਫੈਸਲਾ ਕੀਤਾ ਕਿ ਅਸੀਂ ਐਟਮ ਬੰਬ ਬਣਾਉਣਾ ਹੈ ਤਾਂ ਪਾਕਿਸਤਾਨੀਆਂ ਨੇ ਬਣਾਇਆ ਔਰ ਜ਼ਿਆਦਾ ਮਦਦ ਵੀ ਨਹੀਂ ਲਈ ਕਿਸੇ ਮੁਲਕ ਕੋਲੋਂ। ਤੇ ਪਾਕਿਸਤਾਨੀ ਦੇ ਅੰਦਰ ਸਲਾਹੀਅਤ ਤਾਂ ਹੈ
ਔਰ ਤੁਸੀਂ ਹੁਣ ਐਟਮ ਬੰਬ ਨਾਲੋਂ ਜ਼ਿਆਦਾ ਪ੍ਰੈਕਟੀਕਲ ਸ਼ਕਲ ਦੀ ਰਿਸਰਚ ਹੋਰ ਕਿਹੜੀ ਕਹੋਗੇ? ਅਸਲ ਗੱਲ ਇਹ ਕਿ ਰਹਿਨੁਮਾਈ ਵੀ ਮਿਲ ਜਾਂਦੀ ਹੈ, ਲੇਕਿਨ ਤੁਸੀਂ ਸਭ ਤੋਂ ਪਹਿਲੇ ਆਪਣੀ ਪ੍ਰਾਇੋਰਟੀ ਬਣਾ ਦਿਓ, ਆਪਣਾ ਜਿਹੜਾ ਨਾ ਜੀ ਸਭ ਤੋਂ ਪਹਿਲੇ ਤੁਸੀਂ ਤਰਜੀਹ ਬਣਾ ਦਿਓ ਇਹਨੂੰ ਆਪਣੀ, ਕਿ ਅਗਰ ਤੁਸੀਂ ਤਰਜੀਹ ਬਣਾਓਗੇ ਤੇ ਤੁਸੀਂ ਇਹਦੇ ਬਾਰੇ ਸੋਚੋਗੇ, ਇਹਦੇ ਵਾਸਤੇ ਫੰਡਿੰਗ ਦਾ ਇੰਤਜ਼ਾਮ ਕਰੋਗੇ, ਇਹਦੇ ਵਾਸਤੇ ਬਾਕੀ ਸਾਰੇ ਵਸਾਇਲ ਦਾ ਇੰਤਜ਼ਾਮ ਕਰੋਗੇ, ਇਹ ਕੰਮ ਫਿਰ ਆਪਣੇ ਆਪ ਹੀ ਅੱਗੇ ਵਧਣਾ ਸ਼ੁਰੂ ਹੋ ਜਾਂਦਾ ਹੈ। ਕੀ ਬਾਤ ਹੈ। ਤਾਂ ਡਾਕਟਰ ਸਾਹਿਬ, ਜਿਹੜੇ ਨੌਜਵਾਨ ਰਿਸਰਚ ਕਰ ਰਹੇ ਨੇ, ਰਿਸਰਚ ਕਰਨਾ ਚਾਹੁੰਦੇ ਨੇ, ਜਾਂ ਫਿਰ ਤੁਹਾਡੇ ਵਰਗਾ ਮਕਾਮ ਹਾਸਿਲ ਕਰਨਾ ਚਾਹੁੰਦੇ ਨੇ, ਉਹਨਾਂ ਨੂੰ ਕੀ ਪੈਗਾਮ ਦਿਓਗੇ? ਉਹਨਾਂ ਨੂੰ ਮੈਂ ਪੈਗਾਮ ਦਿਆਂਗਾ ਕਿ ਸਲਾਹੀਅਤ ਉਹਨਾਂ ਦੇ ਅੰਦਰ ਹੈ, ਇਸ ਪਾਸੇ ਉਹਨਾਂ ਨੂੰ ਗਾਈਡ ਕਰਨ ਦੀ ਜ਼ਰੂਰਤ ਹੈ, ਕੋਈ ਉਹਨਾਂ ਨੂੰ ਗਾਈਡ ਕਰਨ ਵਾਲਾ ਹੋਏ। ਇਹ ਕੰਮ ਐਸਾ ਹੈ ਕਿ ਜਿਹਦਾ ਰਿਟਰਨ ਜ਼ਰਾ ਦੇਰ ਨਾਲ ਮਿਲਦਾ ਹੈ। ਜਿਹੜੇ ਬਹੁਤ ਜਲਦਬਾਜ਼ ਨੇ, ਬਹੁਤ ਤੇਜ਼ੀ ਨਾਲ ਅੱਗੇ ਵਧਣਾ ਚਾਹੁੰਦੇ ਨੇ, ਉਹ ਬਿਜ਼ਨਸ ਦੇ ਅੰਦਰ ਜਾ ਸਕਦੇ ਨੇ, ਕਿਸੇ ਹੋਰ ਸ਼ੋਬੇ 'ਚ ਜਾ ਸਕਦੇ ਨੇ, ਕਮਿਊਨੀਕੇਸ਼ਨ 'ਚ ਜਾ ਸਕਦੇ ਨੇ, ਲੇਕਿਨ ਅਗਰ ਉਹ ਇੱਕ ਪਾਇਦਾਰ ਕਿਸਮ ਦਾ ਰਿਟਰਨ ਚਾਹੁੰਦੇ ਨੇ ਤੇ ਉਹਨਾਂ ਨੂੰ ਰਿਸਰਚ ਵਾਲੇ ਪਾਸੇ ਆਉਣਾ ਚਾਹੀਦਾ ਹੈ। ਇਹਦੇ 'ਚ ਮਿਹਨਤ ਜ਼ਿਆਦਾ ਚਾਹੀਦੀ ਹੈ, ਇਹਦੇ 'ਚ ਜ਼ਰਾ ਸਬਰ ਆਜ਼ਮਾ ਕਿਸਮ ਦਾ ਕੰਮ ਹੈ, ਜ਼ਰਾ ਸਬਰ ਜ਼ਿਆਦਾ ਚਾਹੀਦਾ ਹੈ, ਹੌਸਲਾ ਔਰ ਹਿੰਮਤ ਜ਼ਿਆਦਾ ਚਾਹੀਦੀ ਹੈ। ਇਹਦੇ 'ਚ ਮੁਸ਼ਕਲਾਤ ਜਿਹੜੀਆਂ ਆਉਂਦੀਆਂ ਨੇ ਇਹਦੇ ਰਸਤੇ 'ਚ, ਉਹਨਾਂ ਨੂੰ ਬਰਦਾਸ਼ਤ ਕਰਨ ਦਾ ਮਾਦਾ ਚਾਹੀਦਾ ਹੈ। ਲੇਕਿਨ ਜਿਹੜਾ ਇਹ ਸਾਰਾ ਕੁਝ ਕਰ ਲੈਂਦਾ ਹੈ, ਬਹੁਤ ਅੱਗੇ ਜਾਂਦਾ ਹੈ, ਬਹੁਤ ਤਰੱਕੀ ਕਰਦਾ ਹੈ, ਔਰ ਆਪਣੇ ਮੁਆਸ਼ਰੇ ਨੂੰ, ਆਪਣੇ ਮੁਲਕ ਨੂੰ ਵੀ ਬਹੁਤ ਤਰੱਕੀ ਦੇਣ ਦੇ ਕਾਬਿਲ ਹੋ ਜਾਂਦਾ ਹੈ। ਤੇ ਡਾਕਟਰ ਸਾਹਿਬ, ਇਹ ਦੱਸੋ ਕਿ ਸਾਰੀ ਅਸੀਂ ਗੱਲਬਾਤ ਕਰ ਲਈ, ਸਾਡਾ ਪ੍ਰੋਗਰਾਮ ਦਾ ਬੁਨਿਆਦੀ ਮਕਸਦ ਇਹ ਹੈ ਕਿ ਲੋਕਾਂ ਨੂੰ ਤਹਿਰੀਕ ਮਿਲੇ, ਲੋਕਾਂ ਨੂੰ ਕੁਝ ਕਰਨ ਦਾ ਨਾ ਜਜ਼ਬਾ ਮਿਲੇ। ਤੇ ਇਹ ਦੱਸੋ ਕਿ ਤੁਹਾਡੀ ਜਾਇ ਪੈਦਾਇਸ਼ ਤੇ ਇਬਤਦਾਈ ਤਾਲੀਮ ਕਿੱਥੋਂ ਸੀ? ਮੈਂ ਜੀ ਇਹ ਲਾਹੌਰ ਦੇ ਕਰੀਬ ਇੱਕ ਕਸਬਾ ਹੈ ਸ਼ਰਕਪੁਰ ਸ਼ਰੀਫ, ਮੈਂ ਉਸ ਕਸਬੇ ਦਾ ਰਹਿਣ ਵਾਲਾ ਹਾਂ। ਬਿਲਕੁਲ ਇੱਕ ਤੁਸੀਂ ਕਹਿ ਸਕਦੇ ਹੋ ਲੋਅਰ ਮਿਡਲ ਫੈਮਿਲੀ ਕਲਾਸ ਤੋਂ, ਯਾਨੀ ਮੇਰੇ ਕੋਲ ਟਿਊਸ਼ਨ ਦੇ ਪੈਸੇ ਵੀ ਨਹੀਂ ਸੀ ਹੁੰਦੇ, ਔਰ ਮੇਰੇ ਟੀਚਰਸ ਮੈਨੂੰ ਫ੍ਰੀ ਟਿਊਸ਼ਨ ਪੜ੍ਹਾਉਂਦੇ ਰਹੇ, ਔਰ ਮੇਰੇ ਦੋਸਤ ਬਾਜ਼ਕਾਤ ਮੇਰੇ ਲਿਬਾਸ ਵਾਸਤੇ ਜਾਂ ਮੇਰੇ ਹੋਸਟਲ ਦੀ ਫੀਸ ਵਾਸਤੇ ਮੇਰੀ ਹੈਲਪ ਕਰਦੇ ਸੀ। ਇਸ ਦੇ ਬਾਵਜੂਦ ਮੈਂ ਸਮਝਦਾ ਕਿ ਵੀ ਪਾਕਿਸਤਾਨ ਦੇ ਕਿਸੇ ਵੀ ਖਿੱਤੇ ਦਾ, ਗਾਉਂ ਦਾ ਹੋਵੇ, ਸ਼ਹਿਰ ਦਾ ਹੋਵੇ, ਪਿੰਡ ਦਾ ਹੋਵੇ, ਕਿਸੇ ਕਸਬੇ ਦਾ ਹੋਵੇ, ਯਾਨੀ ਸਾਡੇ ਲੋਕਾਂ ਦੇ ਅੰਦਰ ਸਲਾਹੀਅਤ ਮੌਜੂਦ ਹੈ। ਔਰ ਮੇਰਾ ਪੈਗਾਮ ਜਿਹੜਾ ਮੋਟੀਵੇਸ਼ਨ ਦੇ ਤੌਰ ਤੇ ਤੁਸੀਂ ਇਹ ਲੈ ਲਓ ਕਿ ਸਾਡੇ ਪਾਕਿਸਤਾਨੀ ਦੇ ਅੰਦਰ ਪੂਰੀ ਸਲਾਹੀਅਤ ਮੌਜੂਦ ਹੈ, ਦੁਨੀਆ ਦੇ ਕਿਸੇ ਵੀ ਕੌਮ ਦੇ ਲੋਕਾਂ ਦਾ ਮੁਕਾਬਲਾ ਕਰਨ ਦੀ ਸਲਾਹੀਅਤ ਹੈ। ਬਸ ਥੋੜਾ ਜਿਹਾ ਉਹਨਾਂ ਨੂੰ ਰਹਿਨੁਮਾਈ ਚਾਹੀਦੀ ਹੈ, ਉਹਨਾਂ ਨੂੰ ਅੱਗੇ ਵਧਾਉਣ ਵਾਸਤੇ ਥੋੜਾ ਜਿਹਾ ਸਿਸਟਮ ਬਣਾਉਣ ਦੀ ਜ਼ਰੂਰਤ ਹੈ, ਔਰ ਇਹ ਸਿਸਟਮ ਅਗਰ ਅਸੀਂ ਵਧਾਈਏ ਤੇ ਪਾਕਿਸਤਾਨ ਬਹੁਤ ਅੱਗੇ ਜਾ ਸਕਦਾ ਦੁਨੀਆ। ਤੇ ਇਹ ਦੱਸੋ ਕਿ ਬਤੌਰ ਉਸਤਾਦ ਤੁਸੀਂ ਕੌਮ ਨੂੰ ਕੀ ਪੈਗਾਮ ਦਿਓਗੇ? ਮੈਂ ਬਤੌਰ ਉਸਤਾਦ ਕੌਮ ਨੂੰ ਇਹ ਪੈਗਾਮ ਦਿਆਂਗਾ ਕਿ ਕੌਮ ਆਪਣਾ ਮੋਟੋ, ਆਪਣਾ ਮਕਸਦ ਤੈਅ ਕਰੇ ਕਿ ਉਹਨੇ ਜਾਣਾ ਕਿਹੜੇ ਪਾਸੇ ਵੇ, ਔਰ ਉਸ ਤੋਂ ਬਾਅਦ ਉਸ ਤੇ ਲੱਗ ਜਾਏ, ਉਹਦੇ ਰਾਹ ਚ ਆਉਣ ਵਾਲੀਆਂ ਸਾਰੀਆਂ ਰੁਕਾਵਟਾਂ ਨੂੰ ਅਬੂਰ ਕਰੇ, ਔਰ ਉਸ ਤੋਂ ਬਾਅਦ ਫਤਹ ਤੁਹਾਡਾ ਮੁਕੱਦਰ ਹੈ। ਡਾਕਟਰ ਸਾਹਿਬ, ਰੇਡੀਓ ਪਾਕਿਸਤਾਨ ਤੁਹਾਡਾ ਸ਼ੁਕਰਗੁਜ਼ਾਰ ਹੈ ਕਿ ਤੁਸੀਂ ਤਸ਼ਰੀਫ ਲਿਆਏ। ਜੀ ਬਹੁਤ ਸ਼ੁਕਰੀਆ ਜਨਾਬ। ਸਾਮੀਨ, ਸਜਰੀ ਸਵੇਰ ਦਾ ਸਿਲਸਿਲਾ ਜੀ ਆਇਆਂ ਨੂੰ ਦਾ ਵੇਲਾ ਖਤਮ ਹੁੰਦਾ ਹੈ। ਇਹਦੇ ਨਾਲ ਹੀ ਪ੍ਰੋਡਿਊਸਰ ਰਿਹਾਨਾ ਕੌਸਰ ਸੁਲਹਿਰੀ, ਮੇਜ਼ਬਾਨ ਮੁਹੰਮਦ ਅਲੀ ਤੇ ਮਹਿਮਾਨ ਸ਼ਖਸੀਅਤ ਪ੍ਰੋਫੈਸਰ ਡਾਕਟਰ ਖਾਲਿਦ ਮਹਿਮੂਦ ਨੂੰ ਇਜਾਜ਼ਤ ਦਿਓ। ਆਇੰਦਾ ਹਫਤੇ ਫਿਰ ਇਨਸ਼ਾਅੱਲਾ ਨਵੇਂ ਮਹਿਮਾਨ ਨਾਲ ਗੱਲਬਾਤ ਹੋਏਗੀ, ਮੁਲਾਕਾਤ ਹੋਏਗੀ। ਉਦੋਂ ਤੱਕ ਅੱਲਾਹ ਨਿਗਹਿਬਾਨ।